ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਔਰ ਗੁੱਸੇ ਦਾ ਆਲਮ ਇਸ ਕਦਰ ਹੈ ਕਿ ਜੀਓ ਦਾ ਵਿਰੋਧ ਕੀਤਾ ਜਾ ਰਿਹਾ ਹੈ, ਰਿਲਾਇੰਸ ਪੰਪਾਂ ਦਾ ਵਿਰੋਧ ਕੀਤਾ ਜਾਂਦਾ ਹੈ ਔਰ ਟੋਲ ਪਲਾਜ਼ਾ ਦਾ ਭਰਪੂਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਟ੍ਰੇਨ ਦੀਆਂ ਪਟੜੀਆਂ ਤੇ ਬੈਠ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਔਰ ਜਿੱਥੇ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਗਾਇਕਾਂ ਨੇ ਬੀੜਾ ਚੁੱਕਿਆ ਹੈ ਔਰ ਉੱਥੇ ਪੰਜਾਬੀ ਗਾਇਕ ਪਹੁੰਚਦੇ ਨੇ ਔਰ ਕਿਸਾਨਾਂ ਦਾ ਮਜ਼ਦੂਰਾਂ ਦਾ ਹੌਸਲਾ ਬੁਲੰਦ ਕਰਦੇ ਨੇ, ਉੱਥੇ ਹੀ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਐਕਟਰ ਵੀ ਕਿਸਾਨਾਂ ਦੇ ਨਾਲ ਇਸ ਬਿਪਤਾ ਦੀ ਘੜੀ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ। ਜੇ ਐਕਟਰ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਵੀ ਵਿਰੋਧ ਹੁੰਦਾ ਹੈ ਜ਼ੁਲਮ ਦੇ ਖਿਲਾਫ ਤਾਂ ਉਸ ਵੇਲੇ ਅੰਦੋਲਨ ਦਾ ਰੂਪ ਜ਼ਰੂਰ ਧਾਰਨ ਕਰਦਾ ਹੈ। ਦੀਪ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਸਰਕਾਰਾਂ ਟੇਬਲ ਤੇ ਬੈਠ ਕੇ ਦੋਨਾਂ ਧਿਰਾਂ ਦੇ ਨਾਲ ਗੱਲਬਾਤ ਨਹੀਂ ਕਰਦੀਆਂ ਤੇ ਕਿਸੇ ਵੀ ਮਸਲੇ ਦਾ ਹੱਲ ਆਸਾਨੀ ਨਾਲ ਨਹੀਂ ਨਿਕਲਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਦੋਨਾਂ ਧਿਰਾਂ ਨੂੰ ਟੇਬਲ ਤੇ ਬਿਠਾ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣ, ਉਹਨਾਂ ਦੀਆਂ ਦੁੱਖ ਮੁਸੀਬਤਾਂ ਸੁਣੀਆਂ ਜਾਣ ਤਾਂ ਸਰਕਾਰ ਉਸ ਨੂੰ ਹੱਲ ਕਰ ਸਕੇ। ਲੇਕਿਨ ਕਿਸਾਨਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਆਪਣੇ ਸੰਘਰਸ਼ ਨੂੰ ਇਸ ਕਦਰ ਹਾਵੀ ਕਰ ਦਿਓ ਕਿ ਖੁਦ ਸਰਕਾਰ ਮਜਬੂਰ ਹੋ ਜਾਵੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ। ਹੋਰ ਕੀ ਕਿਹਾ ਹੈ ਆਓ ਸੁਣਦੇ ਹਾਂ। ਹਾਂਜੀ, ਸਤਿਕਾਰਯੋਗ ਸੰਗਤ ਬੈਠੀ ਆ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲਾਂ ਬਾਤਾਂ ਹੀ ਕਰਨੀਆਂ। ਮੈਂ ਹਮੇਸ਼ਾ ਇਸ ਗੱਲ ਨੂੰ ਮੰਨਦਾ ਵੀ ਜਦੋਂ ਅੰਦੋਲਨ ਨਿਕਲਣਾ, ਬਦਲਾਅ ਆਉਣਾ, ਉਹ ਸਟੇਜਾਂ ਤੋਂ ਨਹੀਂ ਆਉਣਾ, ਉਹ ਇਹਨਾਂ ਗੱਲਾਂ ਬਾਤਾਂ 'ਚੋਂ ਸੱਥਾਂ 'ਚੋਂ ਨਿਕਲਣਾ। ਇਸ ਕਰਕੇ ਸੰਵਾਦ, ਸਿਰ ਜੋੜ ਕੇ ਬੈਠਣਾ ਤੇ ਗੱਲਾਂ ਨੂੰ ਸਮਝਣਾ, ਮਸਲਿਆਂ ਨੂੰ ਸਮਝਣਾ, ਹਾਲਾਤਾਂ ਨੂੰ ਸਮਝਣਾ, ਇਹ ਬੜਾ ਜ਼ਰੂਰੀ ਹੁੰਦਾ। ਸਾਡਾ ਇੱਕ ਮਕਸਦ ਇਸ ਮੋਰਚੇ ਦਾ ਇਹ ਵੀ ਆ। ਇਸੇ ਕਰਕੇ ਇੱਥੇ ਵਿਚਾਰਾਂ ਦੇ ਵਖਰੇਵੇਂ ਵੀ ਹੋ ਸਕਦੇ ਆ, ਕਈ ਬੁਲਾਰੇ ਆਉਂਦੇ ਆ, ਹੋ ਸਕਦਾ ਉਹਨਾਂ ਦੀ ਆਪਦੀ ਰਾਜਨੀਤਿਕ ਸਮਝ ਹੁੰਦੀ ਆ, ਸਮਾਜਿਕ ਸਮਝ ਹੁੰਦੀ ਆ। ਜ਼ਰੂਰੀ ਨਹੀਂ ਸਾਨੂੰ ਹਰ ਬੁਲਾਰੇ ਨਾਲ ਸਹਿਮਤੀ ਰੱਖਣੀ ਹੋਵੇ ਜਾਂ ਰੱਖਣੀ ਚਾਹੀਦੀ ਆ। ਕੁਛ ਆਪਾਂ ਜ਼ਿੰਦਗੀ 'ਚ ਵਿਚਰਦੇ ਹੋਏ ਸਮਾਜਿਕ ਤੌਰ 'ਤੇ ਵਰਤਾਰਿਆਂ ਤੋਂ ਅਸੀਂ ਆਪ ਵੀ ਖੁਦ ਸਿੱਖਿਆ ਹੁੰਦਾ, ਗ੍ਰਹਿਣ ਕੀਤਾ ਹੁੰਦਾ, ਉਵੇਂ ਹੀ ਰਾਜਨੀਤਿਕ ਸਮਝ 'ਚੋਂ ਵੀ ਸਾਡੇ ਕਈ ਧਾਰਨਾਵਾਂ ਸਾਡੇ ਅੰਦਰ ਬਣੀਆਂ ਹੁੰਦੀਆਂ। ਪਰ ਇੱਕ ਗੱਲ ਸਮਝਣ ਦੀ ਬਹੁਤ ਜ਼ਰੂਰਤ ਆ, ਜਿਹੜੀ ਅਟੱਲ ਸੱਚਾਈ ਆ ਜਾਂ ਪ੍ਰਮਾਣਿਕ ਤੱਥ, ਉਹਨੂੰ ਕਹਿ ਲਓ ਵੀ ਪ੍ਰਤੱਖ ਹਕੀਕਤ ਆ। ਅਸੀਂ ਉੱਥੋਂ ਚੱਲਦੇ ਹਾਂ ਜਿੱਥੋਂ ਇਹ ਅੱਜ ਦੀ ਗੱਲ ਨਹੀਂ, ਹਜ਼ਾਰਾਂ ਸਾਲਾਂ ਤੋਂ ਐਂ ਚੱਲਦਾ ਆਉਂਦਾ ਵੀ ਜ਼ਬਰ ਤੇ ਜ਼ੁਲਮ ਸਰਕਾਰ ਨੇ ਕਰਨਾ ਹੀ ਹੁੰਦਾ, ਹੁਕਮਰਾਨ ਧਿਰ ਨੇ ਕਰਨਾ ਹੀ ਹੁੰਦਾ ਤੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਵੀ ਕੁਦਰਤੀ ਆ। ਜੇ ਅਸੀਂ ਕਹੀਏ ਵਿਰੋਧ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਗੁਰੂ ਨਾਨਕ ਸਾਹਿਬ ਨੇ ਤਾਂ ਕੀਤਾ ਸੀ, ਉਦੋਂ ਪਹਿਲਾਂ ਵੀ ਭਗਤੀ ਮੂਵਮੈਂਟ ਚੱਲੀ ਜਾਂ ਸਮੇਂ ਤੋਂ ਜਿਹੜੇ ਰੈਵੋਲਿਊਸ਼ਨਰੀ ਹੋਏ ਆ, ਅਸੀਂ ਰੈਵੋਲਿਊਸ਼ਨਸ ਵੀ ਪੜ੍ਹ ਲਈਏ, ਚਾਹੇ ਅਮਰੀਕਨ ਰੈਵੋਲਿਊਸ਼ਨ ਆ, ਰਸ਼ੀਅਨ ਰੈਵੋਲਿਊਸ਼ਨ ਆ, ਯੂਰਪੀਅਨ ਰੈਵੋਲਿਊਸ਼ਨ ਆ। ਜਦੋਂ ਕੋਈ ਹੁਕਮਰਾਨ ਧਿਰ ਜ਼ਬਰ ਤੇ ਜ਼ੁਲਮ ਕਰੂਗੀ ਉਹਦਾ ਵਿਰੋਧ ਸਮਾਜ 'ਚ ਪ੍ਰਗਟ ਹੋਣਾ ਹੀ ਹੋਣਾ, ਇਹ ਲਾਜ਼ਮੀ ਆ, ਕੁਦਰਤੀ ਆ। ਅਸੀਂ ਵੀ ਕਰਦੇ ਰਹੇ ਹਾਂ। ਸਾਡੀ ਆਵਾਜ਼ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬੁਲੰਦ ਕੀਤੀ, ਜ਼ਬਰ ਤੇ ਜ਼ੁਲਮ ਦਾ ਵਿਰੋਧ ਕੀਤਾ, ਸਿਧਾਂਤਕ ਤੌਰ ਤੇ ਆਤਮਿਕ ਤੌਰ ਤੇ ਨਾਲ। ਕਿਉਂਕਿ ਉਹਨਾਂ ਨੇ ਇੱਕ ਗੱਲ ਪ੍ਰਤੱਖ ਰੂਪ 'ਚ ਸਾਡੇ ਸਾਹਮਣੇ ਰੱਖੀ ਵੀ ਮਨੁੱਖ ਸਮਾਜ ਦੀ ਮੁੱਢਲੀ ਇਕਾਈ ਆ। ਸਮਾਜ ਦੀ ਮੁੱਢਲੀ ਇਕਾਈ ਨੂੰ ਜੇ ਸੰਬੋਧਨ ਕਰਨਾ ਤਾਂ ਉਹਦੇ ਮਨ ਨੂੰ ਸੰਬੋਧਨ ਕਰੋ। ਜੇ ਕੋਈ ਹੁਕਮਰਾਨ ਧਿਰ ਬੈਠ ਕੇ ਕਾਨੂੰਨ ਬਣਾਉਂਦੀ ਆ, ਨਿਯਮ ਘੜਦੀ ਆ, ਉਹ ਤਾਂ ਸਮਾਜ ਨੂੰ ਬਹੁਤ ਵੱਡੇ ਰੂਪ 'ਚ ਸੰਬੋਧਨ ਕਰ ਰਹੀ ਆ। ਮਨਾਂ ਨੂੰ ਤਾਂ ਸੰਬੋਧਨ ਹੀ ਨਹੀਂ ਕੀਤਾ ਜਾ ਰਿਹਾ, ਕਿਰਦਾਰਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਜਾ ਰਹੀ, ਇਖਲਾਕ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ। ਚਲੋ ਆਪਾਂ ਅੱਗੇ ਵਧਦੇ ਹਾਂ। ਜਦੋਂ ਅਸੀਂ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦੇ ਹਾਂ, ਇੱਕ ਅੰਦੋਲਨ ਪ੍ਰਗਟ ਹੁੰਦਾ। ਅੰਦੋਲਨ, ਅਸੀਂ ਵੀ ਉਸ ਅੰਦੋਲਨ ਦਾ ਹਿੱਸਾ। ਅੱਜ ਅੰਦੋਲਨ ਪ੍ਰਗਟ ਹੁੰਦਾ, ਅਸੀਂ ਲੜਾਈ ਵੇੜਦੇ ਹਾਂ। ਲੜਾਈ ਹਥਿਆਰਬੰਦ ਵੀ ਹੁੰਦੀ ਆ,
ਤੇ ਸ਼ਾਂਤਮਈ ਵੀ ਹੁੰਦੀ ਆ। ਹਥਿਆਰਬੰਦ ਲੜਾਈ ਸਾਡੀ ਖਾੜਕੂ ਸਿੰਘਾਂ ਨੇ ਪੰਜਾਬ ਤੋਂ ਜਾਂ ਹੋਰ ਕਈ ਕੌਮਾਂ ਨੇ ਆਪਦੇ ਖਿੱਤਿਆਂ 'ਚ ਲੜੀ, ਉਹ ਵੀ ਅਸਰ ਪਾਉਂਦੀ ਆ। ਇਹ ਨਹੀਂ ਵੀ ਉਹ ਅਸਰ ਨਹੀਂ ਪਾਉਂਦੀ। ਇਹਦਾ ਉਦੇਸ਼ ਕੀ ਆ, ਪਰਪਸ ਕੀ ਆ, ਆਪਾਂ ਇਹ ਸਮਝਦੇ ਹਾਂ। ਉਸੇ ਤਰ੍ਹਾਂ ਜੋ ਅਸੀਂ ਅੱਜ ਲੜਾਈ ਲੜ ਰਹੇ ਹਾਂ, ਸਿਰ ਜੋੜ ਕੇ ਬੈਠੇ ਹਾਂ, ਇੱਕ ਬਿਰਤਾਂਤ ਵੀ ਰਚ ਰਹੇ ਹਾਂ, ਆਪਦੀ ਆਵਾਜ਼ ਵੀ ਬੁਲੰਦ ਕਰ ਰਹੇ ਹਾਂ, ਇਹ ਵੀ ਅਸਰ ਪਾਉਂਦੀ ਆ। ਮਕਸਦ ਕੀ ਹੁੰਦਾ? ਮਕਸਦ ਹੁੰਦਾ ਸਰਕਾਰਾਂ ਲਈ ਕੋਈ ਮਜਬੂਰੀ ਖੜੀ ਕਰਨੀ, ਰਾਜਸੀ ਮਜਬੂਰੀ ਖੜੀ ਕਰਨੀ, ਤਾਂ ਕਿ ਸਰਕਾਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਾਜ਼ੀ ਹੋ ਜੇ, ਤਿਆਰ ਹੋ ਜੇ। ਹਥਿਆਰਬੰਦ ਲੜਾਈ ਦਾ ਵੀ ਮਕਸਦ ਇਹ ਆ ਤੇ ਇਸ ਲੜਾਈ ਦਾ ਵੀ ਮਕਸਦ ਇਹੀ ਆ। ਕਿਸਾਨਾਂ ਦਾ ਸੰਘਰਸ਼ ਆ, ਮਜ਼ਦੂਰਾਂ ਦਾ ਸੰਘਰਸ਼ ਆ, ਅਸੀਂ ਉਹਦਾ ਹੀ ਅੱਜ ਹਿੱਸਾ, ਉਹਦਾ ਪਾਰਟ ਆ। ਸਾਡਾ ਮਕਸਦ ਇਹੀ ਆ। ਜੇ ਰੇਲਾਂ ਰੋਕੀ ਜਾਂਦੇ ਆ, ਪੰਪਾਂ ਤੇ ਬੈਠੇ ਆ ਜਾਂ ਟੋਲ ਪਲਾਜ਼ਿਆਂ ਤੇ ਬੈਠੇ ਆ, ਆਪਾਂ ਸ਼ੰਭੂ ਮੋਰਚਾ ਲਾਇਆ ਹੋਇਆ, ਮਕਸਦ ਇਹੀ ਆ ਸਰਕਾਰ ਰਾਜਸੀ ਮਜਬੂਰੀ ਸਰਕਾਰ ਦੀ ਖੜੀ ਕਰ ਦਈਏ, ਲਾਮਬੰਦੀ ਐਡੀ ਵੱਡੀ ਕਰ ਦਈਏ, ਸਰਕਾਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਟੇਬਲ ਟਾਕ ਵਾਸਤੇ ਰਾਜ਼ੀ ਹੋ ਜੇ। ਜਦੋਂ ਟੇਬਲ ਟਾਕ ਹੁੰਦਾ ਤਾਂ ਪੋਲੀਟੀਕਲ ਡਿਪਲੋਮੈਸੀ ਦੀ ਗੱਲ ਹੁੰਦੀ ਹੈ ਉੱਥੇ। ਹਮੇਸ਼ਾ ਇਹਦਾ ਮਤਲਬ ਲੜਾਈ ਨੇ ਮੁੱਕਣਾ ਕਿੱਥੇ ਆ ਕੇ? ਲੜਾਈ ਨੇ ਮੁੱਕਣਾ ਟੇਬਲ ਤੇ ਆ। ਪੋਲੀਟੀਕਲ ਡਿਪਲੋਮੈਸੀ ਦੇ ਥਰੂ ਟੇਬਲ ਤੇ ਮੁੱਕਣਾ। ਇੱਕ ਪਾਸੇ ਸਾਡੀ ਧਿਰ ਬੈਠੀ ਹੋਊਗੀ, ਇੱਕ ਪਾਸੇ ਸਰਕਾਰ ਦੀ ਧਿਰ ਬੈਠੀ ਹੋਊਗੀ, ਤੇ ਪੋਲੀਟੀਕਲ ਡਿਪਲੋਮੈਸੀ 'ਚ ਉਸ ਟੇਬਲ ਤੇ ਲੜਾਈ ਲੜੀ ਜਾਣੀ ਆ। ਉੱਥੋਂ ਅਸੀਂ ਕੀ ਲੈ ਕੇ ਆਉਣਾ, ਕੀ ਨਹੀਂ ਲੈ ਕੇ ਆਉਣਾ, ਇਹ ਸਾਡੇ ਆਗੂਆਂ ਦਾ ਤੇ ਹੁਕਮਰਾਨਾਂ ਦੇ ਵਿੱਚ ਉੱਥੇ ਵੀ ਇਹ ਜੱਦੋਜਹਿਦ ਤੇ ਲੜਾਈ ਹੁੰਦੀ ਆ ਟੇਬਲ ਦੇ ਉੱਤੇ। ਹੁਣ ਸਮੇਂ ਤੋਂ ਅਸੀਂ ਇਹ ਦੇਖਦੇ ਰਹੇ ਹਾਂ ਵੀ ਪੋਲੀਟੀਕਲ ਡਿਪਲੋਮੈਸੀ, ਅਸੀਂ ਸੰਘਰਸ਼ ਲੜੇ, ਹਥਿਆਰਬੰਦ ਲੜਾਈ ਵੀ ਲੜੀ, ਅੰਦੋਲਨ ਵੀ ਖੜੇ ਕੀਤੇ, ਬਰਗਾੜੀ ਦਾ ਵੀ, ਸਰਬੱਤ ਖਾਲਸਾ, ਉਦੋਂ ਪਹਿਲਾਂ ਬੜੇ ਅੰਦੋਲਨ ਆ, ਸਾਡੇ ਇਤਿਹਾਸ 'ਚ ਬੜੇ ਅੰਦੋਲਨ ਅਸੀਂ ਖੜੇ ਕੀਤੇ, ਮੋਰਚੇ ਲਾਏ। ਪਰ ਜਦੋਂ ਪੋਲੀਟੀਕਲ ਡਿਪਲੋਮੈਸੀ ਤੇ ਗੱਲ ਆਉਂਦੀ ਆ, ਅਸੀਂ ਹਾਰ ਜਾਂਦੇ ਆ। ਇਹ ਗੱਲ ਕਦੇ ਅਸੀਂ ਸਮਝ ਹੀ ਨਹੀਂ ਸਕੇ। ਕਿਉਂ ਹਾਰਦੇ ਆ? ਜਿਹੜੇ ਆਗੂ ਜਾਂ ਤਾਂ ਉਹਨਾਂ ਦੀਆਂ ਬਦਨੀਤੀਆਂ ਜਾਂ ਉਹਨਾਂ ਦੀਆਂ ਗਦਾਰੀਆਂ ਉਹ ਕੌਮ ਨੂੰ ਵੀ ਵੇਚ ਆਉਂਦੇ ਆ, ਪੰਜਾਬ ਨੂੰ ਵੀ ਵੇਚ ਆਉਂਦੇ ਆ। ਸਰਕਾਰ ਨੇ ਕੰਮ ਕੀ ਕਰਨਾ ਹੁੰਦਾ? ਸਰਕਾਰ ਨੇ ਸਾਡੇ ਆਗੂਆਂ ਦੀਆਂ ਕਮਜ਼ੋਰੀਆਂ ਲੱਭਣੀਆਂ ਹੁੰਦੀਆਂ। ਸਰਕਾਰ ਨੇ ਆਗੂਆਂ ਦੀ ਵੀ ਕਮਜ਼ੋਰੀਆਂ ਲੱਭਣੀਆਂ ਤੇ ਚੱਲਦੇ ਅੰਦੋਲਨ 'ਚ ਸਰਕਾਰ ਨਾਲ ਹੋਰ ਖੇਡਾਂ ਖੇਡਦੀ ਆ, ਸਾਜ਼ਿਸ਼ ਰਚਦੀ ਆ। ਸਰਕਾਰ ਚੱਲਦੇ ਅੰਦੋਲਨ 'ਚ ਸਾਨੂੰ ਵਾਇਲੈਂਸ ਵੱਲ ਧੱਕਦੀ ਆ। ਸਾਡੇ 'ਚ ਜਿਵੇਂ ਉੱਦਾਂ ਇੱਥੇ ਨੌਜਵਾਨ ਬਹਿ ਗਏ ਸੀ, ਚਲੋ ਜੀ ਸੜਕ ਆਪਾਂ ਜੋ ਚੱਕ ਦੋ ਧਰ ਲਓ, ਤੇ ਆਪਾਂ ਸੜਕ ਤੇ ਬਹਿਨੇ ਆ, ਲਓ ਹੁਣ ਟੱਪ ਕੇ ਦਿਖਾਵੇ ਸਹੀ। ਇਹੀ ਤਾਂ ਚਾਹੁੰਦੀ ਆ ਸਰਕਾਰ, ਤੁਹਾਨੂੰ ਵਾਇਲੈਂਸ ਵੱਲ ਧੱਕ ਕੇ ਤੁਹਾਡੇ ਤੇ ਹੋਰ ਜ਼ਬਰ ਜ਼ੁਲਮ ਕਰਨਗੇ ਤੇ ਤੁਹਾਨੂੰ ਨਿਸ਼ਾਨੇ ਤੋਂ ਭਟਕਾ ਦੇਣਗੇ। ਨਿਸ਼ਾਨਾ ਕੀ ਆ ਸਾਡਾ ਅੱਜ? ਕਿਸਾਨੀ ਨਿਸ਼ਾਨਾ, ਮਜ਼ਦੂਰਾਂ ਦੇ ਲਈ ਉਹਨਾਂ ਦਾ ਸ਼ੋਸ਼ਣ ਰੋਕਣਾ। ਅਸੀਂ ਲੱਗ ਕੇ ਕਿਸ ਚੀਜ਼ ਤੇ ਜਾਵਾਂਗੇ? ਮੰਨ ਲਓ ਉਹਨਾਂ ਦੇ ਸਿਰ ਪਾੜ ਦਿੰਦੇ, ਉੱਤੇ ਅਸੀਂ ਉਹਨਾਂ ਲਈ ਨਿਆਂ ਮੰਗਣ ਤੇ ਲੱਗ ਜਾਂਦੇ। ਤਾਂ ਸਰਕਾਰਾਂ ਨੇ ਤੁਹਾਨੂੰ ਕਮਜ਼ੋਰ ਕਰਨ ਵਾਸਤੇ ਤੁਹਾਡੇ ਆਗੂਆਂ ਨੂੰ ਵੀ ਉਹਨਾਂ ਦੀਆਂ ਕਮਜ਼ੋਰੀਆਂ ਦੇ ਥਰੂ ਫੜ ਲਿਆ ਤੇ ਅੰਦੋਲਨ ਕਮਜ਼ੋਰ ਕਰਕੇ ਲੋਕਾਂ ਦਾ ਨਿਸ਼ਾਨਾ ਵੀ ਭਟਕਾਤਾ, ਕਿਤੇ ਹੋਰ ਹੀ ਲਾਤੇ। ਸਾਡੇ ਨਾਲ ਸਮੇਂ ਤੋਂ ਇਹੀ ਚੱਲਦਾ ਆ ਰਿਹਾ। ਉਦੋਂ ਬਾਅਦ ਵੱਡੀ ਗਲਤੀ ਅਸੀਂ ਕੀ ਕਰਦੇ ਹਾਂ? ਬਹੁਤ ਵੱਡੀ ਗਲਤੀ ਜਿਹੜੀ ਅੱਜ ਮੈਂ ਕਿਸਾਨ ਯੂਨੀਅਨ ਆ ਜਾਂ ਉਹਨਾਂ ਨਾਲ ਬਹਿਣਾ, ਇਸੇ ਗੱਲ ਤੇ ਬਹਿਸ ਹੁੰਦੀ ਹੈ, ਇਸੇ ਗੱਲ ਤੇ ਚਰਚਾ ਹੁੰਦੀ ਹੈ, ਇਸੇ ਗੱਲ ਤੇ ਸੰਵਾਦ ਹੁੰਦਾ। ਅਸੀਂ ਰਿਆਇਤਾਂ ਲਈ ਲੜਨ ਲੱਗ ਜਾਂਦੇ ਹਾਂ। ਰਿਆਇਤਾਂ ਲਈ ਲੜਨ ਲੱਗ ਜਾਂਦੇ ਹਾਂ। ਇਹਦੀ ਉਦਾਹਰਨ ਦਿੰਦਾ ਮੈਂ ਤੁਹਾਨੂੰ। ਕੱਲ ਰਾਤ ਹੀ ਅਸੀਂ ਗੱਲ ਕਰ ਰਹੇ ਸੀ, ਇੱਕ ਲੀਬੀਆ ਦਾ ਬਹੁਤ ਵੱਡਾ ਰੈਵੋਲਿਊਸ਼ਨਰੀ ਹੋਇਆ, ਬਹੁਤ ਜਿਵੇਂ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ, ਉੱਥੇ ਉਮਰ ਮੁਖਤਿਆਰ ਬਹੁਤ ਵੱਡਾ ਉੱਥੋਂ ਦਾ ਰੈਵੋਲਿਊਸ਼ਨਰੀ ਸੀ, ਲੀਬੀਆ ਦੀ ਆਜ਼ਾਦੀ ਲਈ ਲੜਦਾ ਸੀ। ਤੇ ਉੱਥੇ ਕਲੋਨੀ ਸੀ, ਬਸਤੀ ਸੀ ਫ੍ਰੈਂਚ ਲੋਕਾਂ ਦੀ, ਫ੍ਰੈਂਚ ਸਰਕਾਰ ਦੀ। ਇੱਕ ਮੋੜ, ਇੱਕ ਕਿਸੇ ਸਮੇਂ ਜਾ ਕੇ ਮੋੜ ਜਾਂ ਹਾਲਾਤ ਇਹੋ ਜਿਹੇ ਬਣਦੇ ਆ, ਜਦੋਂ ਲੜ ਰਹੀ ਧਿਰ ਉਹ ਵੀ ਲੜਾਈ ਲੰਬੀ ਲੜਦੀ ਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਹੁਣ ਕੁਛ ਨਾ ਕੁਛ ਲੈ ਡਿੱਗੀਏ। ਸਰਕਾਰ ਵੀ ਇਹੋ ਜਿਹੇ ਮੌਕੇ ਤੇ ਆ ਜਾਂਦੀ ਆ ਵੀ ਹੁਣ ਸਰਕਾਰ ਦੀ ਕਿਤੇ ਪ੍ਰਾਇਰਟੀ ਹੋਰ ਹੁੰਦੀ ਆ। ਉਦੋਂ ਦੂਜਾ ਵਿਸ਼ਵ ਯੁੱਧ ਲੱਗ ਗਿਆ ਤੇ ਸਰਕਾਰ ਦਾ ਉਦੋਂ ਮਕਸਦ ਇਹ ਸੀ ਵੀ ਵਿਸ਼ਵ ਯੁੱਧ 'ਚ ਆਪਦੀ ਪੂਰੀ ਫੋਰਸ, ਆਪਦੀ ਤਾਕਤ ਲਾਈ ਜਾਵੇ ਤੇ ਅੰਦਰ ਜਿਹੜੀ ਉਹਨਾਂ ਬਸਤੀਆਂ ਦੀ ਲੜਾਈ ਆ ਉਹਨੂੰ ਕਿਵੇਂ ਨਾ ਕਿਵੇਂ ਹੈਂਡਲ ਕੀਤਾ ਜਾਵੇ। ਤਾਂ ਸਰਕਾਰ ਨੇ ਉਹਨੂੰ ਟੇਬਲ ਤੇ ਭਾਲਿਆ। ਹੁਣ ਲੜ ਰਹੀ ਧਿਰ ਨੇ ਵੀ ਇਹ ਸੋਚਿਆ ਵੀ ਗੱਲ ਜੇ ਟੇਬਲ ਤੱਕ ਜਾਂਦੀ ਆ ਤਾਂ ਅਸੀਂ ਪੋਲੀਟੀਕਲ
ਡਿਪਲੋਮੈਸੀ ਦੇ ਥਰੂ ਹੋ ਸਕਦਾ ਆਪਦੇ ਕੁਝ ਹੱਕ ਲੈ ਡਿੱਗੀਏ। ਫ੍ਰੈਂਚ ਗਵਰਨਮੈਂਟ ਨੇ ਉਸ ਵੇਲੇ ਉਹਨਾਂ ਨੂੰ ਕੁਝ ਰਿਆਇਤਾਂ ਦਿੱਤੀਆਂ। ਰਿਆਇਤਾਂ ਇਹ ਦਿੱਤੀਆਂ ਵੀ ਚਲੋ ਅਸੀਂ ਸਾਂਝੇ ਤੌਰ ਤੇ ਲੀਬੀਆ ਨੂੰ ਚਲਾਉਣੇ ਆ, ਅੱਧੇ ਕੁ ਡਿਪਾਰਟਮੈਂਟ ਤੁਸੀਂ ਰੱਖ ਲਓ, ਅੱਧੇ ਕੁ ਅਸੀਂ ਰੱਖ ਲੈਂਦੇ ਆ। ਤੇ ਨਾਲ ਇਹ ਕਹਿਤਾ ਵੀ ਤੁਹਾਡੇ ਜਿੰਨੇ ਬੰਦੇ ਆ ਉਹ ਤਾਂ ਜਜ਼ਬੇ ਲਈ ਲੜੀ ਜਾਂਦੇ ਆ, ਅਸੀਂ ਆਪਦੀ ਆਰਮੀ 'ਚ ਭਰਤੀ ਕਰ ਲੈਂਦੇ ਆ ਉਹਨਾਂ ਨੂੰ। ਨਾਲ ਤੁਹਾਡੇ ਰਹਿਣ ਦਾ, ਖਾਣ ਦਾ, ਪੀਣ ਦਾ, ਤੁਹਾਡੀ ਜ਼ਿੰਦਗੀ ਜਿਉਣ ਦੇ ਸਾਰਾ ਮੁਹੱਈਆ ਕਰਾਉਣੇ ਆ ਜਿਹੜੇ ਇਹਦੇ ਸਾਧਨ ਆ। ਰਿਆਇਤਾਂ ਦੇਤੀਆਂ, ਪਰ ਕਰਦੀ ਕੀ ਆ ਹੁਕਮਰਾਨ ਧਿਰ? ਇੱਕ ਪਾਸੇ ਸਾਨੂੰ ਰਿਆਇਤਾਂ ਦਿੰਦੀ ਆ, ਦੂਜੇ ਪਾਸੇ ਉਹ ਸਿਸਟਮ ਐਡਾ ਤਕੜਾ ਖੜੀ ਕਰੀ ਜਾਂਦੀ ਰਹਿੰਦੀ ਆ ਵੀ ਉਹਨਾਂ ਨੇ ਸਾਨੂੰ ਦੱਬਣਾ ਤਾਂ ਹੁੰਦਾ ਹੀ ਆ, ਸਾਡੇ ਤੇ ਗਲਬਾ ਤਾਂ ਪਾਉਣਾ ਹੁੰਦਾ ਹੀ ਆ। ਅਸੀਂ ਰਿਆਇਤਾਂ ਲੈ ਕੇ ਖੁਸ਼ ਹੋ ਜਾਂਦੇ ਆ, ਪਰ ਉਹ ਸਿਸਟਮ ਜਿਹੜਾ ਐਡਾ ਤਕੜਾ ਸਾਡੇ ਖਿਲਾਫ ਉਸਾਰਤਾ, ਉਹਨੇ ਇੱਕ ਦਿਨ ਆ ਕੇ ਸਾਨੂੰ ਫੇਰ ਅਟੈਕ ਕਰਨਾ। ਸਾਡੇ ਤੇ ਅਟੈਕ ਕਰਕੇ ਉਸ ਮੌਕੇ ਤੇ ਅਟੈਕ ਕਰਨਾ ਵੀ ਸਾਨੂੰ ਉਸ ਤੋਂ ਬਾਅਦ ਲੜਨ ਜੋਗੇ ਵੀ ਨਹੀਂ ਰਹਿਣ ਦੇਣਾ। ਉਮਰ ਮੁਖਤਿਆਰ ਨੇ ਇਹ ਗੱਲਾਂ ਸਾਰੀਆਂ ਉਹਨਾਂ ਦਾ ਖੰਡਨ ਕਰਕੇ ਮਨਾ ਕਰਤਾ। ਕਹਿੰਦਾ ਤੁਸੀਂ ਜੇ ਚਾਹੁੰਦੇ ਹੋ ਵੀ ਅਸੀਂ ਐਸ਼ੋ ਆਰਾਮ 'ਚ ਪੈ ਜਾਈਏ, ਅਸੀਂ ਆਪਦੇ ਜਿਹੜੇ ਜਜ਼ਬੇ ਵਾਲੇ ਬੰਦੇ ਆ ਤੁਹਾਨੂੰ ਦੇ ਦਈਏ, ਤੇ ਤੁਸੀਂ ਆਹ ਵਿਸ਼ਵ ਯੁੱਧ ਲੜ ਕੇ ਵਾਪਸ ਆ ਕੇ ਸਾਡੇ ਤੇ ਫੇਰ ਉਹੀ ਗਲਬਾ ਪਾ ਲਓ, ਸਾਡੇ ਤੇ ਸਾਡੀ ਆਜ਼ਾਦੀ ਜਾਂ ਸਾਡੀ ਸੋਸ਼ਲ ਫਰੀਡਮ, ਪੋਲੀਟੀਕਲ ਫਰੀਡਮ ਜਾਂ ਸਾਡੀ ਸਿਆਸਤ ਨੂੰ ਨੱਪ ਲਓ, ਤਾਂ ਇਹ ਤਾਂ ਨਹੀਂ ਹੋਊਗਾ, ਅਸੀਂ ਤਾਂ ਲੜਾਂਗੇ। ਹੁਣ ਜਦੋਂ ਸਰਕਾਰ ਸਾਨੂੰ ਇਹ ਕਹਿ ਰਹੀ ਆ ਅੱਜ MSP ਲੈ ਲਓ, ਫਸਲਾਂ ਦਾ ਮੰਡੀਕਰਨ ਨਹੀਂ ਰੁਕੂਗਾ, ਸਾਨੂੰ ਤਾਂ ਰਿਆਇਤਾਂ ਦੇ ਰਹੇ ਆ। ਪਰ ਜੇ ਤਿੰਨੇ ਆਰਡੀਨੈਂਸ ਵਾਪਸ ਵੀ ਲੈ ਲੈਣ, ਉਹ ਵੀ ਰਿਆਇਤ ਆ। ਸਾਡੇ ਕੋਲੇ ਅਸੀਂ ਖੜੇ ਕਿੱਥੇ ਆ? 2 ਦਿਨ ਪਹਿਲਾਂ ਬਠਿੰਡੇ ਪੂਰੇ ਪਰਿਵਾਰ ਨੇ, ਕਿਸਾਨ ਦੇ ਪਰਿਵਾਰ ਨੇ ਖੁਦਕੁਸ਼ੀ ਕੀਤੀ ਆ। ਹਜੇ ਤਾਂ ਅਸੀਂ ਪੁਰਾਣੇ ਕਾਨੂੰਨਾਂ ਨਾਲ ਹੀ ਲੜੀ ਜਾਂਦੇ ਆ, ਨਵੇਂ ਕਾਨੂੰਨਾਂ ਦਾ ਤਾਂ ਸਾਡੇ ਤੱਕ ਕੋਈ ਗੱਲ ਹੀ ਨਹੀਂ ਆਈ, ਉਹਨਾਂ ਦਾ ਤਾਂ ਗਲਬਾ ਪਿਆ ਹੀ ਨਹੀਂ ਸਾਡੇ ਤੇ। ਸੋ ਇਹਦਾ ਮਤਲਬ ਪੁਰਾਣਾ ਜਿਹੜਾ ਸਿਸਟਮ ਸੀ, ਪੁਰਾਣੇ ਕਾਨੂੰਨ ਸੀ, ਉਹ ਵੀ ਬਾਹਲੇ ਸਿਖਾਵੇਂ ਨਹੀਂ ਆ ਸਾਡੇ ਲਈ। ਫਿਰ ਸਾਡੀ ਲੜਾਈ ਕੀ ਹੋਣੀ ਚਾਹੀਦੀ ਆ? ਸਾਡੀ ਲੜਾਈ ਸਾਡੀ ਹੱਕਾਂ ਦੀ ਹੋਣੀ ਚਾਹੀਦੀ ਆ। ਰਿਆਇਤਾਂ ਦੀ ਲੜਾਈ ਨਹੀਂ ਲੜ ਸਕਦੇ ਅਸੀਂ। ਰਿਆਇਤਾਂ ਦੀ ਲੜਾਈ ਲੜਾਂਗੇ ਤਾਂ ਅਸੀਂ ਪੰਜਾਬ ਨਾਲ, ਕੌਮ ਨਾਲ ਤੇ ਹਰ ਉਸ ਰੂਹ ਨਾਲ ਜਿਹੜੀ ਇਸ ਧਰਤੀ ਨਾਲ ਜੁੜੀ ਆ, ਉਹਦੇ ਨਾਲ ਗਦਾਰੀ ਕਰਾਂਗੇ। ਹੁਣ ਅਗਲੀ ਗੱਲ ਸਮਝਣ ਦੀ ਬਹੁਤ ਜ਼ਰੂਰਤ ਆ। ਇਹ ਕੱਲੀ ਆਰਡੀਨੈਂਸਸ ਦੀ ਜਾਂ ਇਹ ਨਵੀਂ ਲੈਜਿਸਲੇਸ਼ਨ, ਨਵੇਂ ਕਾਨੂੰਨ ਬਣ ਰਹੇ ਆ ਜਾਂ ਆਰਥਿਕ ਲੜਾਈ ਨਹੀਂ ਆ, ਇਹ ਸਿਆਸੀ ਲੜਾਈ ਵੀ ਆ। ਕਿਵੇਂ ਆ ਸਿਆਸੀ ਲੜਾਈ? ਕਿਸੇ ਵੀ ਖਿੱਤੇ ਦੀ ਸਿਆਸਤ ਆ ਨਾ ਜਿਹੜੀ, ਅਸੀਂ ਕਹਿੰਦੇ ਆ ਪੰਜਾਬ ਦੇ ਹੋਣ ਦੀ ਲੜਾਈ ਆ। ਕਿਉਂ? ਇਹ ਸਮਝਦੇ ਆ ਕਿਸੇ ਵੀ ਖਿੱਤੇ ਦੀ ਸਿਆਸਤ ਆ, ਉਹ ਧਰਤੀ ਨਾਲ ਜੁੜੀ ਹੁੰਦੀ ਆ। ਧਰਤੀ ਤੋਂ ਬਿਨਾਂ ਤੁਸੀਂ ਸਿਆਸਤ ਕਰ ਹੀ ਨਹੀਂ ਸਕਦੇ। ਸਰਕਾਰ ਨੇ ਤੁਹਾਡੇ ਤੋਂ ਤੁਹਾਡੀ ਧਰਤੀ ਖੋਹਣੀ ਆ। ਤੁਹਾਡਾ ਫਲਸਫਾ ਵੀ ਇਸੇ ਧਰਤੀ 'ਚ ਪਿਆ, ਤੁਹਾਡੀ ਸਿਆਸਤ ਵੀ ਇਸ ਧਰਤੀ 'ਚ ਪਈ ਆ। ਇਹਦਾ ਪ੍ਰਤੱਖ ਰੂਪ 'ਚ ਉਦਾਹਰਨ ਆ, ਜੇ ਗੁਰੂ ਨਾਨਕ ਸਾਹਿਬ ਨੇ ਕਿਰਤ ਕੀਤੀ, ਅਸੀਂ ਕਿੱਥੋਂ ਜੁੜੇ ਆ? ਕਿਉਂ ਕਹਿੰਦੇ ਆ ਪੰਜਾਬ ਵਸਦਾ ਗੁਰੂਆਂ ਤੇ ਨਾ? ਇਸ ਕਰਕੇ ਉਹਨਾਂ ਨੇ ਵੀ ਕਿਰਤ ਕੀਤੀ ਤਾਂ ਖੇਤੀ ਕੀਤੀ। ਫਿਰ ਜੇ ਉਹਨਾਂ ਨੇ ਧਰਤੀ ਨੂੰ ਸੰਬੋਧਨ ਕੀਤਾ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਸੀਂ ਮਾਂ ਦਾ ਦਰਜਾ ਦਿੱਤਾ। ਸਾਡੇ ਤਾਂ ਰੂਹਾਂ 'ਚ ਪਈ ਆ ਸਾਡੀ ਧਰਤੀ। ਅਗਲੀ ਗੱਲ, ਅਗਲੀ ਉਦਾਹਰਨ ਨਵੀਂ ਤੇ ਹੁਣ ਸਾਡੇ ਸਾਹਮਣੇ ਆ। ਮੋਹਾਲੀ 에ਅਰਪੋਰਟ ਬਣਿਆ। 에ਅਰਪੋਰਟ ਲਈ ਜਦੋਂ ਜ਼ਮੀਨ ਅਕਵਾਇਰ ਹੋਈ ਤੇ ਕਿਸਾਨਾਂ ਨੂੰ ਅਕਵਾਇਰ ਕਰਕੇ ਕਈ ਕਿਸਾਨਾਂ ਦੀਆਂ ਸਾਰੀਆਂ ਜ਼ਮੀਨਾਂ ਉਹਦੇ 'ਚ ਆ ਗਈਆਂ। ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ, ਮੁਆਵਜ਼ਾ, ਤੇ ਉਹਨਾਂ ਨੂੰ 2-2 ਕਰੋੜ ਰੁਪਈਆ ਇੱਕ ਏਕੜ ਦਾ, ਜਾਂ ਹੋ ਸਕਦਾ ਇਦੋਂ ਵੀ ਜ਼ਿਆਦਾ ਮਿਲਿਆ ਹੋਵੇ। ਪਰ ਅੱਜ ਜਿਸ ਕਿਸਾਨ ਕੋਲੇ ਜ਼ਮੀਨ ਨਹੀਂ ਆ, ਉਹ ਵੀ ਇਸ ਪ੍ਰੋਟੈਸਟ 'ਚ ਸਾਡੇ ਨਾਲ ਬੈਠਾ। ਇਹਦਾ ਜਵਾਬ ਕਿਉਂ ਆ? ਉਹਨਾਂ ਦੀਆਂ ਜ਼ਮੀਨਾਂ ਲੈ ਲਈਆਂ, ਉਹਨਾਂ ਨੂੰ ਵੀ ਨਹੀਂ ਪਤਾ ਕਿਉਂ ਬੈਠੇ ਆ। ਜੇ ਪੁੱਛੀਏ ਉਹਨਾਂ ਕੋਲੇ ਵੀ ਜਵਾਬ ਹੈ ਨਹੀਂ। ਕੌਨਸ਼ੀਅਸ ਮਾਈਂਡ ਕੋਲੇ ਜਵਾਬ ਹੈ ਨਹੀਂ, ਪਰ ਸਬਕੌਨਸ਼ੀਅਸ ਮਾਈਂਡ ਕੋਲੇ ਜਵਾਬ ਪਿਆ। ਸਬਕੌਨਸ਼ੀਅਸ ਮਾਈਂਡ ਇਹ ਕਹਿੰਦਾ ਵੀ ਮੇਰੇ ਤੋਂ ਮੇਰੀ ਆਜ਼ਾਦੀ, ਮੇਰੀ ਸਿਆਸਤ ਖੋਲੀ, ਮੇਰੀ ਪੋਲੀਟੀਕਲ ਤੇ ਸੋਸ਼ਲ ਫਰੀਡਮ ਖੋਲੀ, ਸਾਡੀ ਧਰਤੀ ਨਾਲ ਜੁੜੀ ਸੀ। ਇਸ ਕਰਕੇ ਇਸ ਐਜੀਟੇਸ਼ਨ ਦਾ ਹਿੱਸਾ। ਕਈ ਵਾਰੀ ਅਸੀਂ ਲੜਾਈ ਲੜਦੇ ਹਾਂ, ਜਜ਼ਬੇ ਨਾਲ ਲੜਦੇ ਹਾਂ,
ਉਹ ਜਜ਼ਬਾ ਇੱਕ ਪ੍ਰਗਟ ਰੂਪ ਚ ਤਾਂ ਅਸੀਂ ਇਹ ਸਮਝ ਲੈਂਦੇ ਹਾਂ ਵੀ ਇਹ ਜਜ਼ਬਾ ਸਾਡੇ ਕੋਲੇ, ਪਰ ਜੇ ਅਸਲ ਜਵਾਬ ਤੁਹਾਡੇ ਤੋਂ ਲੈਣਾ ਹੋਵੇ, ਤੁਸੀਂ ਇੱਥੇ ਬੈਠੇ ਹੋ, ਆਪਾਂ ਪੰਜਾਬ ਦੀ ਸਰਹੱਦ ਤੇ ਬੈਠੇ ਹਾਂ, ਵੀ ਕਿਉਂ ਬੈਠੇ ਹੋ ਦੱਸੋ, ਤੁਹਾਡੇ ਕੋਲੇ ਵੀ ਕਈਆਂ ਕੋਲੇ ਜਵਾਬ ਨਹੀਂ ਹੋਣਾ। ਕਿਉਂ? ਤੁਹਾਡਾ ਕੌਨਸ਼ੀਅਸ ਮਾਈਂਡ ਲੈ ਕੇ ਆਇਆ ਇੱਥੇ ਤੁਹਾਨੂੰ, ਪਰ ਸਬਕੌਨਸ਼ੀਅਸ ਮਾਈਂਡ 'ਚ ਜਵਾਬ ਪਿਆ। ਤੁਸੀਂ ਉਸੇ ਸੋਵਰਨਿਟੀ, ਉਸੇ ਸਿਆਸਤ ਲਈ ਲੜ ਰਹੇ ਹੋ ਜਿਹੜੀ ਅਸੀਂ ਖੜੀ ਕਰਨੀ ਆ। ਜੇ ਅੱਜ ਪੰਜਾਬ ਆਪਦੀ ਸਿਆਸਤ ਨਹੀਂ ਖੜੀ ਕਰ ਸਕਿਆ, ਜਿੱਥੇ ਜੜ ਪਈ ਆ ਇਹਨਾਂ ਲੈਜਿਸਲੇਸ਼ਨਸ ਦੀ, ਜਿੱਥੇ ਜੜ ਪਈ ਆ ਇਹ ਕਾਨੂੰਨਾਂ ਦੀ, ਤਾਂ ਸਾਡਾ ਇਹ ਅੰਦੋਲਨ ਤੇ ਸਾਡਾ ਇਹ ਮੋਰਚਾ ਕਾਮਯਾਬ ਨਹੀਂ ਆ। ਗੱਲ ਸਮਝਣ ਦੀ ਜ਼ਰੂਰਤ ਆ, ਸਾਨੂੰ ਆਪਦੀ ਸਿਆਸਤ ਖੜੀ ਕਰਨੀ ਪੈਣੀ ਆ। ਕਿਉਂ ਖੜੀ ਕਰਨੀ ਪੈਣੀ ਆ? ਪੋਲੀਟੀਕਲ ਡਿਪਲੋਮੈਸੀ ਨੇ ਤਾਂ ਸਾਨੂੰ ਹਰਾਇਆ। ਅਸੀਂ ਅੰਦੋਲਨ ਪੈਦਾ ਕਰਦੇ ਹਾਂ, ਜਜ਼ਬਾ ਪੈਦਾ ਕਰਦੇ ਹਾਂ, ਫੇਰ ਵੀ ਕਰਦੇ ਰਹਾਂਗੇ, ਪਰ ਗਾਂਹ ਜਾ ਕੇ ਟੇਬਲ ਤੇ ਹਾਰ ਜਾਂਦੇ ਆ। ਕਿਉਂ ਹਾਰ ਜਾਂਦੇ ਆ? ਸਾਡੇ ਕੋਲੇ ਸਾਡੇ ਆਗੂ ਹੀ ਨਹੀਂ ਆ, ਜਿਹੜੇ ਹੈਗੇ ਉਹ ਗਦਾਰ ਆ। ਸੋ ਜੇ ਅਸੀਂ ਆਪਦੀ ਸਿਆਸਤ ਨਾ ਖੜੀ ਕਰ ਸਕੇ ਆਉਣ ਵਾਲੇ ਸਮੇਂ 'ਚ, ਤਾਂ ਪੰਜਾਬ ਨੇ ਲੜਾਈ ਫੇਰ ਵੀ ਨਹੀਂ ਜਿੱਤਣੀ। ਪੰਜਾਬ ਕੋਲੇ ਆਪਦੀ ਸਿਆਸਤ ਖੜੀ ਕਰਨ ਦਾ ਦਮ ਹੋਣਾ ਚਾਹੀਦਾ। ਹੁਣ ਉਸੇ 'ਚ ਹੀ ਸਾਡੀ ਖੁਦ ਮੁਖਤਿਆਰੀ ਪਈ ਆ। ਕਿਵੇਂ ਖੁਦ ਮੁਖਤਿਆਰੀ ਪਈ ਆ? ਮੈਂ ਪੂਰੀ ਖਿੱਤੇ ਦੀ ਖੁਦ ਮੁਖਤਿਆਰੀ ਦੀ ਗੱਲ ਨਹੀਂ ਕਰਦਾ, ਇੱਕ ਸਿੰਪਲ ਜੀ ਉਦਾਹਰਨ ਦੀ ਆਪਾਂ ਇੱਥੇ ਚਰਚਾ ਕਰ ਲੈਂਦੇ ਆ। ਕਿਸਾਨੀ 'ਚ ਜਿਹੜੇ ਬੀਜ ਸਾਨੂੰ ਮਿਲਦੇ ਆ, ਉਹ ਕਿਸੇ ਕੰਪਨੀ ਸਾਨੂੰ ਵੇਚਦੀ ਆ, ਉਹਦਾ ਮੁੱਲ ਕੌਣ ਤੈਅ ਕਰਦਾ? ਕੰਪਨੀ ਵਾਲੇ। ਟਰੈਕਟਰ, ਤਵੀਆਂ, ਸੁਹਾਗੇ, ਮਸ਼ੀਨਾਂ ਬਿਜਾਈ ਵਾਸਤੇ, ਇਹ ਸਾਨੂੰ ਮਸ਼ੀਨਰੀ ਕੌਣ ਵੇਚਦਾ? ਕੰਪਨੀਆਂ ਵਾਲੇ। ਉਹਦਾ ਮੁੱਲ ਕੌਣ ਤੈਅ ਕਰਦੇ ਆ? ਕੰਪਨੀਆਂ ਵਾਲੇ। ਰੇਹਾਂ ਸਪਰੇਆਂ ਕੰਪਨੀਆਂ ਵੇਚਦੀਆਂ, ਉਹਦਾ ਮੁੱਲ ਕੌਣ ਤੈਅ ਕਰਦਾ? ਕੰਪਨੀਆਂ ਵਾਲੇ। ਬਿਜਲੀ ਪਾਣੀ ਸਰਕਾਰਾਂ ਦਿੰਦੀਆਂ, ਮੁੱਲ ਕੌਣ ਤੈਅ ਕਰਦਾ? ਸਰਕਾਰਾਂ, ਕੰਪਨੀਆਂ। ਇਸੇ ਤਰ੍ਹਾਂ ਅਸੀਂ ਲੇਬਰ, ਉਹ ਵੀ ਆਪਦਾ ਮੁੱਲ ਆਪ ਤੈਅ ਕਰਦੀਆਂ। ਅਸੀਂ ਅਨਾਜ ਪੈਦਾ ਕਰਦੇ ਹਾਂ, ਅਨਾਜ ਦਾ ਮੁੱਲ ਤੋਂ ਕੌਣ ਤੈਅ ਕਰਦਾ? ਸਰਕਾਰ। ਜਿਹਨੇ ਖਰੀਦਣਾ ਉਹ ਸਾਡਾ ਮੁੱਲ ਤੈਅ ਕਰ ਰਹੇ ਆ। ਕਿੱਥੇ ਆ ਖੁਦ ਮੁਖਤਿਆਰੀ ਸਾਡੀ? ਤੇ ਤੁਸੀਂ ਜੇ ਕਹੋ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਆ ਰਿਆਇਤਾਂ ਲੈ ਕੇ ਅਸੀਂ ਜ਼ਿੰਦਗੀ ਸੁਧਾਰ ਦਾਂਗੇ, ਸਾਡੇ ਕੋਲੇ ਤਾਂ ਖੁਦ ਮੁਖਤਿਆਰੀ ਹੈ ਹੀ ਨਹੀਂ। ਜਦੋਂ ਤੱਕ ਖੁਦ ਮੁਖਤਿਆਰੀ ਨਹੀਂ ਆ, ਉਦੋਂ ਤੱਕ ਜੇ ਤੁਸੀਂ ਕਹੋ ਕਿਸਾਨੀ ਦਾ ਭਲਾ ਹੋ ਜੂ, ਮਜ਼ਦੂਰਾਂ ਦਾ ਭਲਾ ਹੋ ਜੂ, ਨਹੀਂ ਹੋ ਸਕਦਾ। ਕਦੇ ਖਰੀਦਣ ਵਾਲੇ ਨੇ ਵੀ ਮੁੱਲ ਤੈਅ ਕੀਤਾ, ਇਹ ਤਾਂ ਵੇਚਣ ਵਾਲਾ ਕਰਦਾ ਹੁੰਦਾ। ਅਸੀਂ ਜਿਹੜਾ ਕੁਝ ਖਰੀਦਣਾ ਉਹਦਾ ਵੀ ਮੁੱਲ ਉਹ ਤੈਅ ਕਰਨ, ਜਿਹੜਾ ਹੁਣ ਅਸੀਂ ਵੇਚਣਾ ਉਹਦਾ ਵੀ ਮੁੱਲ ਉਹ ਤੈਅ ਕਰਨ, ਤੇ ਫਿਰ ਸਾਡਾ ਭਲਾ ਕਿੱਥੋਂ ਹੋ ਜੂ? ਅਸੀਂ ਤਾਂ ਖੁਦਕੁਸ਼ੀਆਂ ਹੀ ਕਰਨੀਆਂ ਨਾ ਫਿਰ। ਹੁਣ ਇਹ ਗੱਲ ਜੇ ਫਲਸਫਿਆਂ ਤੋਂ ਵੀ ਦੂਰ ਆ ਜਾਈਏ, ਜੇ ਅਸੀਂ ਖਿੱਤੇ ਦੀ ਖੁਦ ਮੁਖਤਿਆਰੀ ਤੋਂ ਵੀ ਦੂਰ ਆ ਜਾਈਏ, ਜਿਹਦੀ ਗੱਲ ਇੰਡੀਅਨ ਕੌਨਸਟੀਟਿਊਸ਼ਨ ਕਰਦੀ ਆ, ਫੈਡਰਲ ਸਟਰਕਚਰ ਦੀ ਗੱਲ ਇੰਡੀਅਨ ਕੌਨਸਟੀਟਿਊਸ਼ਨ ਕਰਦੀ ਆ, ਅਸੀਂ ਕੋਈ ਅਨਕੌਨਸਟੀਟਿਊਸ਼ਨਲ ਗੱਲ ਨਹੀਂ ਕਰ ਰਹੇ। ਪਰ ਮੈਂ ਸਿਰਫ ਕਿਸਾਨੀ ਤੱਕ ਵੀ ਸੀਮਤ ਰਹਾਂ, ਸਾਡੇ ਕੋਲੇ ਤੱਕ ਉੱਥੇ ਵੀ ਖੁਦ ਮੁਖਤਿਆਰੀ ਹੈ ਨਹੀਂ। ਤੇ ਸਾਡੀਆਂ ਕਿਸਾਨ ਯੂਨੀਅਨਾਂ ਨੂੰ ਲੜਨਾ ਨਹੀਂ ਚਾਹੀਦਾ, ਸਾਨੂੰ ਲੜਨਾ ਨਹੀਂ ਚਾਹੀਦਾ, ਸਾਨੂੰ ਸਿਰ ਜੋੜ ਕੇ ਨਹੀਂ ਬੈਠਣਾ ਚਾਹੀਦਾ। ਸਾਡਾ ਮਕਸਦ ਕੀ ਆ ਫਿਰ? ਸਾਡਾ ਮਕਸਦ ਹੀ ਖੁਦ ਮੁਖਤਿਆਰੀ ਆ। ਅਸੀਂ ਸੰਪੂਰਨ ਤੌਰ ਤੇ ਨਾ ਸਹੀ, ਅੰਸ਼ਕ ਤੌਰ ਤੇ ਤਾਂ ਲਈਏ, ਇੱਕ ਨੈਰੇਟਿਵ, ਇੱਕ ਬਿਰਤਾਂਤ ਤਾਂ ਖੜਾ ਕਰੀਏ। ਸਾਡੇ ਕੋਲੇ ਤਾਂ ਸਾਡੇ ਅਧਿਕਾਰ ਵੀ ਹੈ ਨਹੀਂ ਅੱਜ, ਫੰਡਾਮੈਂਟਲ ਰਾਈਟਸ, ਮਨੁੱਖੀ ਅਧਿਕਾਰ ਵੀ ਹੈ ਨਹੀਂ ਸਾਡੇ ਕੋਲੇ। ਫਿਰ ਕਿਹੜੀ ਇੰਡੀਅਨ ਕੌਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਕਿਹੜੇ ਡੈਮੋਕ੍ਰੈਟਿਕ ਸਟਰਕਚਰ ਦੀ ਗੱਲ ਕਰਦੇ ਹਾਂ ਅਸੀਂ? ਸੋ ਇਸ ਕਰਕੇ ਲੱਤਾਂ ਖਿੱਚਣੀਆਂ ਬੜੀਆਂ ਸੌਖੀਆਂ ਹੁੰਦੀਆਂ, ਸਰਕਾਰਾਂ ਦਾ ਕੰਮ ਆਪਾਂ ਆਸਾਨ ਕਰ ਦਿੰਨੇ ਆ। ਤੌਮਤਾਂ ਲਾਉਣੀਆਂ ਬੜੀਆਂ ਸੌਖੀਆਂ, ਮਾਈਂਡ ਨੂੰ ਪ੍ਰੈਜੁਡਿਸ ਹੀ ਕਰਨਾ, ਉਹ ਮਾਈਂਡ ਹਿਊਮਨ ਸਾਈਕੋਲੋਜੀ ਆ, ਨੈਗੇਟਿਵ ਗੱਲ ਨੂੰ ਬੜਾ ਛੇਤੀ ਫੜਦੀ ਆ। ਪਰ ਜਦੋਂ ਸਿਰ ਜੋੜ ਕੇ ਬੈਠਾਂਗੇ, ਗੱਲ ਨੂੰ ਸਮਝਾਂਗੇ, ਜੜ ਕਿੱਥੇ ਪਈ ਆ, ਉਸ ਜੜ ਨੂੰ ਪੱਟਾਂਗੇ। ਅਸੀਂ ਤਾਂ ਹਾਲਾਤਾਂ ਨੂੰ ਮੁਖਾਤਮ ਹੁੰਨੇ ਆ। ਆ ਦੇਖੋ, ਮਸਲਿਆਂ ਨੂੰ ਮੁਖਾਤਮ ਹੁੰਨੇ ਆ। ਕਿਵੇਂ? ਅੱਜ ਕਿਸਾਨੀ ਦਾ ਮਸਲਾ ਆ ਗਿਆ, ਅਸੀਂ ਬਹਿ ਗਏ। ਪਹਿਲਾਂ ਨਸ਼ਿਆਂ ਦਾ ਮਸਲਾ ਸੀ, ਉਹਦੇ ਤੇ ਬਹਿ ਗਏ। ਬੇਰੁਜ਼ਗਾਰੀ ਦਾ ਮਸਲਾ ਸੀ, ਉਹਦੇ ਤੇ ਬਹਿ ਗਏ। ਉਦੋਂ ਪਾਣੀਆਂ ਦਾ ਮਸਲਾ, ਉਹਦੇ ਤੇ ਬਹਿ ਗਏ। ਪਰ ਇਹ ਸਾਰੇ ਮਸਲੇ ਕਿਸੇ ਹਾਲਾਤ ਚੋਂ ਪੈਦਾ ਹੋਏ ਆ, ਕਿਸੇ ਖਲਾ ਚੋਂ ਤਾਂ ਪੈਦਾ ਹੋਏ ਨਹੀਂ। ਇੱਕ ਵਿਸ਼ੇਸ਼ ਤਰ੍ਹਾਂ ਦੇ ਹਾਲਾਤਾਂ ਨੇ ਇਹ ਮਸਲੇ ਦਿੱਤੇ ਆ। ਉਹ ਹਾਲਾਤਾਂ ਨੂੰ ਉੱਥੇ ਪਈ ਆ ਜੜ,
ਉਹਨਾਂ ਹਾਲਾਤਾਂ ਨੂੰ ਮੁਖਾਤਮ ਹੋਈਏ, ਉਹਨਾਂ ਨੂੰ ਸੰਬੋਧਨ ਕਰੀਏ। ਜੇ ਮਸਲਿਆਂ ਦੀ ਗੱਲ ਕਰਦੇ ਰਹਾਂਗੇ ਇਹਦਾ ਤਾਂ ਫਿਰ ਕਿਤੇ ਸਾਡੇ ਫੌਜ ਨਹੀਂ ਪੈਣਾ। ਸੋ ਗੱਲ ਜਦੋਂ ਮੈਂ ਕਿਹਾ ਅੰਦੋਲਨ, ਰੈਵੋਲੂਸ਼ਨ, ਅੱਜ ਸਿਰ ਜੋੜ ਕੇ ਬੈਠਾਂਗੇ, ਇਹਦੇ ਚੋਂ ਨਿਕਲਣਾ, ਸੰਘਰਸ਼ ਚੋਂ ਕੱਢਣਾ ਕੀ ਆ। ਜੇ ਅਸੀਂ ਆਪਦੀ ਇੱਕ ਸਿਆਸੀ ਤੌਰ ਤੇ, ਜਦੋਂ ਮੈਂ ਕਹਿੰਦਾ ਇਹ ਜ਼ਰੂਰੀ ਨਹੀਂ ਹੈ ਲੋਕਾਂ ਨੇ ਦੇਣਾ ਹੁੰਦਾ, ਆਪਦੀ ਸਿਆਸਤ ਖੜੀ ਕਰੀਏ। ਸਿਆਸਤ ਕਿਵੇਂ ਖੜੀ ਅੱਜ ਜਦੋਂ ਅਸੀਂ ਇਹ ਕਿਹਾ ਬੰਦ ਕਮਰਿਆਂ 'ਚ ਫੈਸਲੇ ਨਹੀਂ ਹੋਣਗੇ, ਇਹ ਮੋਰਚਾ ਤਾਂ ਤੁਹਾਡਾ ਮੋਰਚਾ, ਮੇਰਾ ਕੋਈ ਮੋਰਚਾ ਨਹੀਂ ਹੈ। ਇਹ ਤੁਸੀਂ ਇਹ ਦੇਖੋ, ਜੇ ਜਜ਼ਬਾ ਨਾ ਹੋਵੇ ਮੇਰਾ ਇੱਥੇ ਖੜੇ ਰਹਿਣ ਦਾ ਕੀ ਫਾਇਦਾ? ਤੁਹਾਡਾ ਜਜ਼ਬਾ ਹੀ ਆ। ਅਸੀਂ ਇਹਦਾ ਮਤਲਬ ਇੱਕ ਏਕੇ ਦੀ ਬੁਲੰਦ ਜਿਹੜੀ ਆਵਾਜ਼ ਆ ਸਾਡੀ ਉਹ ਖੜੀ ਕੀਤੀ ਵੀ ਬੰਦ ਕਮਰਿਆਂ 'ਚ ਨਹੀਂ ਹੋਣਗੇ। ਇਹਦਾ ਮਤਲਬ ਇਹ ਨਹੀਂ ਉਹ ਟੇਬਲ ਤੇ ਨਹੀਂ ਬੈਠਣਗੇ। ਅਸੀਂ ਕਿਹਾ ਬੈਠੋ, ਪਰ ਸਾਨੂੰ ਟਰਾਂਸਪੇਰੈਂਸੀ, ਇੱਕ ਪਾਰਦਰਸ਼ਤਾ ਰੱਖੋ ਉੱਥੇ, ਸਾਡੀ ਸਿਆਸਤ ਉੱਥੇ ਡਿੱਗ ਨਾ ਪਵੇ। ਕਿਉਂਕਿ ਗੱਲ ਤਾਂ ਪੋਲੀਟੀਕਲ ਡਿਪਲੋਮੇਸੀ ਨੇ ਕਰਨੀ ਆ, ਗੱਲ ਤਾਂ ਟੇਬਲ ਤੇ ਹੋਣੀ ਆ। ਜੇ ਤੁਸੀਂ ਉੱਥੇ ਹੀ ਸਾਰਾ ਕੁਝ ਇਕੱਠਾ ਕਰਕੇ, ਸਰਕਾਰ ਦੀ ਮਜਬੂਰੀ ਖੜੀ ਕਰਕੇ ਅਸੀਂ ਤੁਹਾਨੂੰ ਟੇਬਲ ਤੇ ਬਾਤਾ, ਤੇ ਟੇਬਲ ਤੇ ਤੁਸੀਂ ਹਮੇਸ਼ਾ ਹੀ ਵੇਚਿਆ ਸਾਨੂੰ। ਅਸੀਂ ਕਿਉਂ ਨਹੀਂ ਕਹਾਂਗੇ ਵੀ ਬੰਦ ਕਮਰਿਆਂ 'ਚ ਫੈਸਲੇ ਨਹੀਂ ਹੋਣੇ ਚਾਹੀਦੇ? ਠੀਕ ਆ, ਕਿਸਾਨ ਆਗੂਆਂ ਨੇ ਸੰਘਰਸ਼ ਲੜੇ ਆ, ਲੰਬੇ ਘੋਲ ਲੜੇ ਆ, ਸਤਿਕਾਰਯੋਗ ਆ, ਉਹਨਾਂ ਨੇ ਡਾਂਗਾਂ ਖਾਧੀਆਂ, ਗੋਲੀਆਂ ਖਾਧੀਆਂ, ਪਰ ਸਾਡਾ ਨਿਕਲਿਆ ਕੀ ਆ? ਸਾਡੇ ਕੋਲੇ ਤਾਂ 70-75 ਸਾਲਾਂ ਦਾ ਇਤਿਹਾਸ ਪਿਆ ਨਾ, ਉਹਨੂੰ ਦੇਖਾਂਗੇ ਕਿ ਤੁਹਾਡੀਆਂ ਡਾਂਗਾਂ, ਸੋਟੀਆਂ ਤੇ ਗੋਲੀਆਂ ਨੂੰ ਦੇਖੀਏ? ਉਹਦੇ ਲਈ ਤੁਹਾਨੂੰ ਅਸੀਂ ਮਾਣ ਸਨਮਾਨ ਸਤਿਕਾਰ ਦੇਵਾਂਗੇ। ਪਰ ਜਦੋਂ ਕੌਮ ਦੀ ਗੱਲ ਆਉਂਦੀ ਆ, ਉੱਥੇ ਕਲੈਕਟਿਵ ਲੀਡਰਸ਼ਿਪ ਦੀ ਗੱਲ ਆਉਣੀ ਚਾਹੀਦੀ ਆ। ਉੱਥੇ ਇੱਕ ਆਗੂ ਦੀ ਗੱਲ ਨਹੀਂ ਕਰ ਸਕਦੇ। ਅੱਜ ਮੇਰੀ ਗੱਲ ਕਰੋਗੇ ਫੇਰ ਖਤਾ ਖਾ ਜਾਾਂਗੇ। ਅਸੀਂ ਤਾਂ ਕਲੈਕਟਿਵ ਲੀਡਰਸ਼ਿਪ ਪੈਦਾ ਕਰਨੀ ਆ। ਕੱਲਾ ਮੈਂ ਕੁਝ ਵੀ ਨਹੀਂ, ਕੱਲੇ ਤੁਸੀਂ ਕੁਝ ਵੀ ਨਹੀਂ। ਕਲੈਕਟਿਵ ਲੀਡਰਸ਼ਿਪ, ਇੱਕ ਬੰਦਾ ਮੰਨ ਲਓ ਦਗਾ ਵੀ ਕਰ ਗਿਆ, ਪਰ ਬਾਕੀ ਤਾਂ ਖੜੇ ਆ ਨਾ, ਬਾਕੀ ਤਾਂ ਉਸ ਇਖਲਾਕ ਤੇ ਪਹਿਰਾ ਦੇ ਰਹੇ ਆ ਨਾ, ਉਹਨਾਂ ਫਲਸਫਿਆਂ ਤੇ ਪਹਿਰਾ ਦੇ ਰਹੇ ਆ ਜਿਨ੍ਹਾਂ ਤੇ ਦੇਣਾ ਚਾਹੀਦਾ। ਸੋ ਮੇਰੀ ਬੇਨਤੀ ਇਹੀ ਆ ਵੀ ਸਾਨੂੰ ਹਜੇ, ਮੈਨੂੰ ਇਹ ਮੇਰਾ ਆਪਦੀ ਸਮਝ ਆ, ਮੈਂ ਗਲਤ ਵੀ ਹੋ ਸਕਦਾ, ਪਰ ਸੰਪੂਰਨ ਤੌਰ ਤੇ ਮਸਲਿਆਂ ਦੀ ਵੀ ਸਮਝ ਨਹੀਂ ਆ ਹਜੇ। ਅਸੀਂ ਲੱਤਾਂ ਖਿੱਚਦੇ ਆ ਇੱਕ ਦੂਜੇ ਦੀਆਂ, ਜਾਂ ਗੱਲਾਂ ਕਰਨੇ ਆ, ਕੋਈ ਉੱਧਰ ਨੂੰ ਤੁਰਿਆ ਫਿਰਦਾ, ਕੋਈ ਉੱਧਰ ਨੂੰ ਤੁਰਿਆ ਫਿਰਦਾ, ਕੋਈ ਉੱਧਰ ਨੂੰ ਤੁਰਿਆ ਫਿਰਦਾ, ਹੋ ਸਕਦਾ ਮੇਰੇ ਵਰਗਾ ਇੱਧਰ ਨੂੰ ਤੁਰਿਆ ਫਿਰਦਾ ਹੋਵੇ। ਐਂ ਤਾਂ ਸਾਡਾ ਫੌਂ ਨਹੀਂ ਪੈਣਾ। ਸਾਨੂੰ ਸਿਰ ਜੋੜ ਕੇ ਬੈਠਣਾ ਵੀ ਪਊਗਾ, ਸੰਵਾਦ ਵੀ ਕਰਨਾ ਪਊਗਾ, ਵਿਚਾਰਾਂ ਦੇ ਵਖਰੇਵਿਆਂ ਨੂੰ ਵੀ ਥਾਂ ਦੇਣੀ ਪਊਗੀ, ਤੇ ਇੱਕ ਕਾਮਨ ਪਲੇਟਫਾਰਮ, ਜਾਂ ਇੱਕ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਹੋਏ ਹੁੰਦੇ ਆ, ਵੀ ਆਰ ਔਨ ਦਾ ਸੇਮ ਪੇਜ, ਕਿਤੇ ਨਾ ਕਿਤੇ ਆਉਣਾ ਪਊਗਾ। ਕਲੈਕਟਿਵ ਲੀਡਰਸ਼ਿਪ ਵੀ ਖੜੀ ਕਰਨੀ ਪਊਗੀ, ਸਾਡੀ ਸਿਆਸਤ ਵੀ ਖੜੀ ਕਰਨੀ ਪਊਗੀ, ਤੇ ਪੰਜਾਬ ਦੀ ਹੋਂਦ ਲਈ ਲੜਨਾ ਪੈਣਾ ਹੁਣ। ਨਹੀਂ ਤਾਂ ਕਬਰਾਂ 'ਚ ਧੱਕੀ ਜਾਂਦੇ ਆ ਉਹ, ਸਾਡੇ ਫਲਸਫੇ ਨੂੰ ਵੀ ਧੱਕ ਰਹੇ ਆ। ਜੇ ਸਾਡੇ ਤੋਂ ਸਾਡੀਆਂ ਜ਼ਮੀਨਾਂ ਲੈ ਗਏ, ਸਾਡਾ ਫਲਸਫਾ ਵੀ ਗਿਆ, ਸਾਡਾ ਸੱਭਿਆਚਾਰ ਵੀ ਗਿਆ, ਸਾਡੀ ਹੋਂਦ ਵੀ ਉੱਥੇ ਹੀ ਪਈ ਆ। ਮੁੜ ਕੇ ਸਭ ਕੁਝ ਖੁਰ ਜਾਣਾ। ਹੁਣ ਸਾਰੀਆਂ ਮਸਲਿਆਂ ਦਾ ਹੱਲ, ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਟਾਈਮ ਵੀ ਨਹੀਂ ਹੋ ਸਕਦਾ, ਇਹ ਵੀ ਗੱਲ ਸਹੀ ਆ। ਸਾਨੂੰ ਪ੍ਰਾਇਰਟਾਈਜ਼ ਵੀ ਕਰਨਾ ਪੈਣਾ, ਪਰ ਪ੍ਰਾਇਰਟਾਈਜ਼ ਕਰਨ ਲਈ ਵੀ ਤਾਂ ਮਸਲਿਆਂ ਨੂੰ ਸਮਝਣਾ ਤਾਂ ਪੈਣਾ ਨਾ। ਕੌਮ ਨੇ, ਪੰਜਾਬੀਆਂ ਨੇ ਬੈਠ ਕੇ ਮਸਲੇ ਤਾਂ ਸਮਝਣੇ ਆ ਪਹਿਲਾਂ, ਫਿਰ ਨਜਿੱਠਣੇ ਆ ਵੀ ਕਿਹੜੀਆਂ ਪਹਿਲਾਂ ਨਜਿੱਠੀਏ, ਫਿਰ ਦੂਜਾ ਕਿਹਨੂੰ ਨਜਿੱਠੀਏ, ਫਿਰ ਤੀਜਾ ਕਿਹਨੂੰ ਨਜਿੱਠੀਏ। ਹਜੇ ਤੱਕ ਤਾਂ ਇੱਕ ਪਾਸੇ ਕੋਈ ਇੱਕ ਲੀਡਰ ਇੱਕ ਮਸਲੇ ਦੀ ਗੱਲ ਕਰਦਾ, ਦੂਜੇ ਪਾਸੇ ਦੂਜੇ ਵਾਲੀ ਗੱਲ ਕਰੀ ਜਾਂਦੇ ਆ। ਭਗਵੰਤ ਮਾਨ ਸਾਹਿਬ ਇੱਕ ਪਾਸੇ ਗੱਲ ਕਰ ਰਹੇ ਆ, ਖਹਿਰਾ ਸਾਹਿਬ ਇੱਕ ਪਾਸੇ ਕਰ ਰਹੇ ਆ, ਜਾਂ ਹੋਰ ਜਿਹੜੇ ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਇੱਕ ਪਾਸੇ ਕਰ ਰਹੇ ਆ। ਮੈਂ ਤਾਂ ਇਹਨਾਂ ਨੂੰ ਵੀ ਅਪੀਲ ਕਰਦਾ ਵੀ ਆਓ ਸਿਰ ਜੋੜ ਕੇ ਬੈਠੀਏ। ਜੇ ਅਸਲ ਪੰਜਾਬ ਦਾ ਦਰਦ ਰੱਖਦੇ ਹੋ, ਫਿਰ ਕਿਹੜੀ ਹਉਮੈ, ਕਿਹੜੀ ਮੈਂ, ਬੈਠੀਏ ਸਿਰ ਜੋੜ ਕੇ। ਸੋ ਇਸੇ ਕਰਕੇ ਕਲੈਕਟਿਵ ਲੀਡਰਸ਼ਿਪ ਪੈਦਾ ਕਰਨੀ ਪੈਣੀ ਆ। ਕਈ ਵਾਰੀ ਮੈਂ ਜਿੰਨਾ ਕੁ ਸਮਝਿਆ, ਮੇਰੀ ਸਮਝ ਵੀ ਹਜੇ ਸੰਪੂਰਨ ਨਹੀਂ ਹੋ ਸਕਦੀ, ਅੰਤਮ ਸੱਚ ਮੇਰੇ ਕੋਲੇ ਵੀ ਨਹੀਂ ਆ, ਪਰ ਜਿਹੜੇ ਸਾਡੇ ਖੁੰਡ ਆ ਇੱਥੋਂ ਦੇ, ਪੰਜਾਬ ਦੇ ਜਾਂ ਕਿਤੋਂ ਦੇ ਵੀ, ਉਹਨਾਂ ਦੀ ਇੱਕ, ਉਹ ਆਪਦੇ ਫਲਸਫਿਆਂ ਤੋਂ ਦੂਰ ਹੋ ਗਏ, ਕਿਤੋਂ ਹੋਰ ਫਲਸਫੇ ਲੈ ਕੇ ਉਹਨਾਂ ਤੇ ਪੜੇਥਣ ਲਾ ਕੇ ਤੇ ਉਹਨਾਂ ਦੀ ਗੱਲ ਕਰਦੇ ਆ, ਤੇ ਉਹਦੇ 'ਚ ਕੈਦ ਹੋ ਜਾਂਦੇ ਆ। ਇਹਦੀ
ਜਿਹੜੀ ਪ੍ਰਤੱਖ ਉਦਾਹਰਨਾਂ ਇਹ ਕਰ ਲਓ ਵੀ ਜਿਵੇਂ ਕਮਿਊਨਿਜ਼ਮ ਹੋ ਗਿਆ, ਕਮਿਊਨਿਸਟ ਹੋ ਗਏ, ਇਹ ਸਾਡਾ ਫਲਸਫਾ ਥੋੜ੍ਹੀ ਆ, ਇਸ ਧਰਤੀ ਨੇ ਥੋੜ੍ਹੀ ਪੈਦਾ ਕੀਤਾ। ਇਸ ਧਰਤੀ ਦਾ ਫਲਸਫਾ ਤਾਂ ਗੁਰੂ ਨਾਨਕ ਸਾਹਿਬ ਤੋਂ ਪੈਦਾ ਹੋਇਆ। ਉਹਦੇ 'ਚ ਹੀ ਸਾਡੇ ਹਿੰਦੂ ਵਸਦੇ ਆ, ਉਹਦੇ 'ਚ ਹੀ ਸਾਡੇ ਮੁਸਲਮਾਨ ਵਸਦੇ ਆ, ਉਹਦੇ 'ਚ ਹੀ ਸਿੱਖ ਵਸਦੇ ਆ, ਉਹਦੇ 'ਚ ਹੀ ਹਰ ਭਾਈਚਾਰਾ ਵਸਦਾ। ਅਸੀਂ ਆਪਦੇ ਫਲਸਫਿਆਂ ਨੂੰ ਤਾਂ ਤਿਆਗੀ ਫਿਰਦੇ ਹਾਂ, ਹੋਰਾਂ ਦੇ ਫਲਸਫਿਆਂ ਨੂੰ ਲਿਆ ਕੇ ਇਸ ਧਰਤੀ ਤੇ ਅਸੀਂ ਉਹਦੀ ਲੜਾਈ ਲੜਨ ਲੱਗ ਜਾਂਦੇ ਹਾਂ ਤੇ ਉਸੇ ਫਲਸਫਿਆਂ 'ਚ ਕੈਦ ਹੋ ਜਾਂਦੇ ਹਾਂ। ਫਿਰ ਅਸੀਂ ਗੱਲਾਂ ਕੀ ਕਰਦੇ ਹਾਂ ਵੀ ਸ਼ੰਭੂ ਮੋਰਚੇ ਤੋਂ ਤਾਂ ਯਾਰ ਪਤਾ ਹੀ ਨਹੀਂ ਲੱਗ ਰਿਹਾ ਗੱਲ ਕੀ ਹੋ ਰਹੀ ਆ। ਸ਼ੰਭੂ ਮੋਰਚੇ ਤੋਂ ਸਿਰਫ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਹੋ ਰਹੀ ਆ। ਇੱਥੋਂ ਦੁਨੀਆ ਦੇ ਹੋਰ ਕਿਸੇ ਫਲਸਫੇ ਦੀ ਗੱਲ ਨਹੀਂ ਕੀਤੀ ਜਾ ਸਕਦੀ, ਨਾ ਹੀ ਹੋਊਗੀ। ਸੋ ਅੱਜ ਇੰਨੀਆਂ ਕੁ ਗੱਲਾਂ, ਇਹ ਗੱਲਾਂ ਹੀ ਸੀ, ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਬਾਕੀ ਜਦੋਂ ਪੰਚਾਇਤ 'ਚ ਬੈਠਾਂਗੇ ਹੋਰ ਬੜੀ ਚਰਚਾ ਹੋਊਗੀ, ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਬੜਾ ਕੁਝ ਸਿੱਖ ਕੇ ਸਾਡੀ ਸੇਧ ਕੀ ਹੋਣੀ ਚਾਹੀਦੀ ਆ, ਸਾਡੀ ਅੱਗੇ ਅਸੀਂ ਵਧਣਾ ਕਿੱਧਰ ਨੂੰ ਆ, ਇਹ ਪਤਾ ਲੱਗਦਾ। ਇਹਦਾ ਪਰਪਸ ਕੀ ਆ, ਪਰਪਸ ਵੀ ਸਾਡੇ ਕੋਲੇ ਹੈਗਾ, ਜਾਣਾ ਕਿੱਥੇ ਆ ਇਹ ਵੀ ਹੈਗਾ, ਪਰ ਹਜੇ ਮੈਨੂੰ ਲੱਗਦਾ ਅਸੀਂ ਹੱਲ ਵੱਲ ਤਾਂ ਹੀ ਤੁਰਾਂਗੇ। ਇਹ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ, ਹੱਲ ਕੀ ਆ? ਜਦੋਂ ਸਾਨੂੰ ਸਾਡੇ ਹੱਕ ਹੀ ਨਹੀਂ ਪਤਾ, ਉਦੋਂ ਤੱਕ ਸਾਡੀਆਂ ਮੰਗਾਂ ਨਹੀਂ ਪਤਾ, ਤੇ ਸਾਨੂੰ ਹੱਲ ਕਿੱਥੋਂ ਪਤਾ ਹੋਊ? ਇੰਨੇ ਕਾਲੇ 2 ਦਿਨਾਂ 'ਚ 7 ਦਿਨਾਂ 'ਚ ਕਿੱਥੋਂ ਹੱਲ ਹੋ ਜਾਊਗਾ? ਐਡਾ ਵੱਡਾ ਸਿਸਟਮ ਇੱਕ ਸਾਡੇ ਜਿਹਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ, ਉਹਦਾ ਹੱਲ ਕਿੱਥੋਂ ਹੋ ਜਾਊਗਾ? ਜੇ ਕਹੀਏ ਹੱਲ ਦੱਸੋ, ਨਹੀਂ, ਹਜੇ ਬਥੇਰਾ ਕੁਝ ਸਮਝਣਾ ਅਸੀਂ। ਜਦੋਂ ਸਾਡੀ ਸਮਝ 'ਚ ਸੰਪੂਰਨ ਤੌਰ ਤੇ ਜਾਂ ਕਿਤੇ ਜੇ ਐਡਾ ਹੱਲ ਦੀ ਅਸੀਂ ਕੋਈ ਇਲਾਹੀ ਗਿਆਨ ਲੈ ਕੇ ਥੋੜ੍ਹੀ ਬੈਠੇ ਹਾਂ, ਉਹ ਤਾਂ ਸਾਡੇ ਗੁਰੂ ਸਾਹਿਬਾਨਾਂ ਕੋਲ ਸੀ। ਅਸੀਂ ਤਾਂ ਇਹਨਾਂ ਸਮਾਜਿਕ ਵਰਤਾਰਿਆਂ ਤੋਂ ਸਿੱਖਿਆ, ਜਾਂ ਗੁਰੂ ਸਾਹਿਬਾਨਾਂ ਨੇ ਸਾਨੂੰ ਫਲਸਫੇ ਦਿੱਤੇ ਆ। ਸਮਾਜਿਕ ਵਰਤਾਰਿਆਂ ਤੋਂ ਸਿੱਖਿਆ ਹੋਇਆ ਜਿਹੜਾ ਗਿਆਨ ਆ, ਉਹਦੀ ਇੱਕ ਲਿਮਿਟੇਸ਼ਨ ਆ, ਮਨੁੱਖੀ ਬੁੱਧੀ 'ਚੋਂ ਪੈਦਾ ਹੋਇਆ ਗਿਆਨ ਆ, ਉਹਦੀ ਇੱਕ ਲਿਮਿਟੇਸ਼ਨ ਆ। ਤੇ ਇੰਨੀ ਛੇਤੀ ਹੱਲ ਤੇ ਕਿਵੇਂ ਪਹੁੰਚ ਜਾਈਏ? ਸੋ ਇਹ ਬੇਬੁਨਿਆਦ ਕੁਐਸਚਨ ਆ। ਹੱਲ ਵੀ ਮਿਲਣਗੇ ਜਦੋਂ ਅਸੀਂ ਸਿਰ ਜੋੜ ਕੇ ਬੈਠਾਂਗੇ, ਮਸਲਿਆਂ ਨੂੰ ਸਮਝਾਂਗੇ, ਹੱਲ ਨਿਕਲੇ ਆਉਣਗੇ, ਨਿਕਲੇ ਆਉਂਦੇ ਹੁੰਦੇ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ, ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।